ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ। ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰਿਆ ਮਿੱਤਰਾ, ਓਨੀ ਤਕੜੇ ਪਾਏ ਹਾਥ। ਲਿਖਿਆ ਆਇਆ ਪਕੜ ਚਲਾਇਆ, ਮਨ ਮੁਖ ਸਦਾ ਦੋਹੇਲੇ। ਜਿਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਹਿ ਸਦਾ ਸੁਹੇਲੇ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ। ਕਹੋ ਨਾਨਕ ਭਗਤ ਸੋਹਿ ਦਰਬਾਰੇ, ਮਨ ਮੁਖ ਸਦਾ ਪਵਾਤ। ਸ੍ਰੀ ਰਾਗ ਮਹੱਲਾ ਚੌਥਾ। ਘਰ ਦੂਜਾ ਛੰਤ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਮੁੰਦ ਇਆਣੀ ਪਈੜੈ, ਕਿਉ ਕਰ ਹਰ ਦਰਸ਼ਨ ਪਿਖੈ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁ ਰੜੈ ਕਮ ਸਿਖੈ। ਸਾਹੁ ਰੜੈ ਕਮ ਸਿਖੈ ਗੁਰਮੁਖ, ਹਰ ਹਰ ਸਦਾ ਧਿਆਏ। ਸਹੀਆਂ ਵਿੱਚ ਫਿਰੈ ਸੁਹੇਲੀ, ਹਰ ਦਰਗਹਿ ਬਾਹਾਂ ਲੁੜਾਏ। ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕੀ ਰਖੈ। ਮੁੰਦ ਇਆਣੀ ਪਈੜੈ, ਗੁਰਮੁਖ ਹਰ ਦਰਸ਼ਨ ਦਿਖੈ। ਵੀਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰਿ ਪਾਇਆ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬਲਾਇਆ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮਤਿ ਖਾਧਾ। ਅਕਾਲ ਮੂਰਤਿ ਵਰ ਪਾਇਆ ਅਵਿਨਾਸੀ, ਨਾ ਕਦੇ ਮਰੈ ਨਾ ਜਾਇਆ। ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰਿ ਪਾਇਆ। ਹਰ ਸਤ ਸਤੇ ਮੇਰੇ ਬਾਬੁਲਾ, ਹਰ ਜਨ ਮਿਲ ਜੰਝ ਸੁਹੰਦੀ। ਪੇਵ ਕੜੈ ਹਰ ਜਪ ਸੁਹੇਲੀ, ਵਿੱਚ ਸਾਹੁ ਰੜੈ ਖਰੀ ਸੁਹੰਦੀ। ਸਾਹੁ ਰੜੈ ਵਿੱਚ ਖਰੀ ਸੁਹੰਦੀ, ਜਿਨ ਪੇਵ ਕੜੈ ਨਾਮ ਸੰਭਾਲਿਆ।
ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ। ਜਿਨਾ ਮਨ ਜਿਣ ਪਾਸਾ ਢਾਲਿਆ। ਹਰ ਸੰਤ ਜਨਾ ਮਿਲ ਕਾਰਜ ਸੋਹਿਆ। ਵਰ ਪਾਇਆ ਪੁਰਖ ਆਨੰਦੀ। ਹਰ ਸਤ ਸਤ ਮੇਰੇ ਬਾਬੁਲਾ। ਹਰ ਜਨ ਮਿਲ ਜੰਝ ਸੋਹੰਦੀ। ਹਰ ਸੰਤ ਜਨਾ ਮਿਲ ਕਾਰਜ ਸੋਹਿਆ। ਵਰ ਪਾਇਆ ਪੁਰਖ ਆਨੰਦੀ। ਹਰ ਸਤ ਸਤ ਮੇਰੇ ਬਾਬੁਲਾ। ਹਰ ਜਨ ਮਿਲ ਜੰਝ ਸੋਹੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਨੇ ਗਿਆਨ ਗੁਰੂ ਜੀ ਦੇ 78ਵੇਂ ਅੰਗ ਦਾ ਪਾਠ ਸਰਵਣ ਕੀਤਾ ਹੈ, ਜਿਸ ਦੇ ਵਿੱਚ ਅੱਜ ਆਪਾਂ ਵਿਚਾਰ ਕਰਨੀ ਹੈ। ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੀ ਹਰ ਪਾਇਆ। ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੀ ਹਰ ਪਾਇਆ। ਜਦੋਂ ਸਾਧ ਸੰਗਤ ਜੀ ਆਪਾਂ ਗੁਰਬਾਣੀ ਨੂੰ ਧਿਆਨ ਦੇ ਨਾਲ ਪੜ੍ਹੀਏ, ਵਿਚਾਰੀਏ, ਸਰਵਣ ਕਰੀਏ, ਵਿਵੇਕ ਬੁੱਧ ਦੁਆਰਾ ਵਿਚਾਰਨ ਕਰੀਏ, ਉਦੋਂ ਫਿਰ ਆਪਾਂ ਨੂੰ ਇਹ ਗੱਲ ਦਾ ਗਿਆਤ ਹੁੰਦਾ ਕਿ ਗੁਰਬਾਣੀ ਦੇ ਵਿੱਚ ਮੇਨ ਜਿਹੜੀਆਂ ਗੱਲਾਂ ਨੇ ਉਹ ਕਿਹੜੀਆਂ ਨੇ, ਮੇਨ ਜਿਹੜੀ ਵਿਚਾਰ ਆ ਉਹ ਕਿਹੜੀ ਹੈ। ਸਭ ਤੋਂ ਮੇਨ ਵਿਚਾਰ ਆ ਸਾਧ ਸੰਗਤ ਜੀ ਪ੍ਰਭੂ ਜੀ ਦੀ ਉਸਤਤ ਹੈ, ਰਾਮ ਜੀ ਦੀ ਉਸਤਤ ਹੈ। ਸਭ ਤੋਂ ਪਹਿਲੀ ਗੱਲ ਹੈ। ਦੂਸਰੀ ਸਾਧ ਸੰਗਤ ਜੀ ਜਿਨ੍ਹਾਂ ਨੇ ਰਾਮ ਜੀ ਦੇ ਦਰਸ਼ਨ ਦੀਦਾਰ ਕੀਤੇ ਜਾਂ ਰਾਮ ਜੀ ਦੇ ਭਗਤ ਨੇ, ਕਿਉਂਕਿ ਕਾਰ ਕਿਹੜੀ ਹੈ? ਰਾਮ। ਰਾਮ ਰਮਿਆ ਹੋਇਆ ਰਾਮ ਹੈ। ਰਾਮ ਦੇ ਭਗਤਾਂ ਦੀ ਵਡਿਆਈ ਹੈ। ਅਤੇ ਤੀਸਰੀ ਵਿਚਾਰ ਸਾਧ ਸੰਗਤ ਜੀ ਇਹ ਹੈ, ਜਿਹੜੇ ਰਾਮ ਜੀ ਤੱਕ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਦੱਸਿਆ ਹੋਇਆ ਵੀ ਤੁਸੀਂ ਇਹ ਕਰਮ ਕਰ ਲਓ। ਉਹਨਾਂ ਵਾਸਤੇ ਕਰਮ ਵੀ ਦੱਸੇ ਹੋਏ ਨੇ ਵੀ ਕੀ ਸਾਵਧਾਨੀਆਂ ਕੀ ਵਰਤਣੀਆਂ। ਕਹਿਣ ਤੋਂ ਭਾਵ ਹੈ ਜਿਹੜੇ ਰਾਮ ਜੀ ਦੀ ਪ੍ਰਾਪਤੀ ਕਰਨੀ ਚਾਹੁੰਦੇ ਨੇ ਉਹਨਾਂ ਵਾਸਤੇ ਦੱਸਿਆ ਹੋਇਆ ਵੀ ਰਾਮ ਜੀ ਦੀ ਪ੍ਰਾਪਤੀ ਵਾਸਤੇ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਅਤੇ ਚੌਥੀ ਗੱਲ ਇਹ ਹੈ ਸਾਧ ਸੰਗਤ ਜੀ, ਜਿਨ੍ਹਾਂ ਨੂੰ ਰਾਮ ਜੀ ਦਾ ਬਿਲਕੁਲ ਕੋਈ ਗਿਆਨ ਨਹੀਂ ਹੈ, ਉਹ ਓਅੰਕਾਰ ਦਾ, ਰਾਮ ਦਾ ਕੋਈ ਗਿਆਨ ਨਹੀਂ ਹੈ, ਉਹਨਾਂ ਨੂੰ ਸਾਧ ਸੰਗਤ ਜੀ ਧਰਕਾਰਾਂ ਅਤੇ ਫਿਟਕਾਰਾਂ ਵੀ ਪਾਈਆਂ ਨੇ। ਸੰਗਤ ਅਤੇ ਕੁਸੰਗਤ ਦਾ ਮੁਹਾਤਮ ਵੀ ਦੱਸਿਆ ਹੈ। ਮੇਨ ਜੋ ਗੱਲਾਂ ਨੇ ਸਾਧ ਸੰਗਤ ਜੀ, ਮੇਨ ਵਿਚਾਰਾਂ ਇਹ ਨੇ। ਸੋ ਅੱਜ ਦੀ ਵਿਚਾਰ ਦੇ ਵਿੱਚ ਇਹੀ ਹੈ ਵੀ ਜਿਨ੍ਹਾਂ ਨੇ ਰਾਮ ਜੀ ਦੀ, ਪ੍ਰਭੂ ਜੀ ਦੀ ਪ੍ਰਾਪਤੀ ਕਰ ਲਈ ਹੈ, ਉਹਨਾਂ ਦੀ ਮਹਿਮਾ ਸਾਧ ਸੰਗਤ ਜੀ, ਅਤੇ ਉਹਨਾਂ ਦੇ ਫਿਰ ਬਚਨ ਨੇ। ਜਿਵੇਂ ਅੱਜ ਦੀ ਵਿਚਾਰ ਦੇ ਵਿੱਚ ਆਪਾਂ ਪੜ੍ਹਦੇ ਹਾਂ, ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ।
ਗੁਰਾਂ ਦੀ ਕਿਰਪਾ ਸਦਕਾ ਪ੍ਰਭੂ ਜੀ ਦੀ ਪ੍ਰਾਪਤੀ ਹੋਈ, ਵਿਆਹ ਹੋ ਗਿਆ। ਕਹਿੰਦੇ ਇੱਕ ਤਾਂ ਵਿਆਹ ਸੰਸਾਰੀ ਆਪਾਂ ਕਰਦੇ ਹਾਂ ਵਿਆਹ, ਇੱਕ ਨਿਰੰਕਾਰੀ ਵਿਆਹ। ਸਾਧ ਸੰਗਤ ਜੀ, ਜਿਹੜਾ ਰਾਮ ਜੀ ਦੇ ਨਾਲ ਵਿਆਹ ਹੁੰਦਾ, ਮਿਲਾਪ ਹੁੰਦਾ, ਮਿਲਣ ਹੁੰਦਾ, ਉਹਨੂੰ ਸਾਧ ਸੰਗਤ ਜੀ ਫਿਰ ਵਿਆਹ ਕਹਿੰਦੇ ਨੇ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰਿ ਪਾਇਆ। ਜਦੋਂ ਹਰਿ ਜੀ ਪ੍ਰਭੂ ਜੀ ਦੀ ਪ੍ਰਾਪਤੀ ਹੋਈ, ਫਿਰ ਕੀ ਹੋਇਆ? ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਜਿਹੜਾ ਜੀਵ ਇਸਤਰੀ ਕੋਲ ਅਗਿਆਨ ਦਾ ਹਨੇਰਾ ਸੀਗਾ, ਉਹ ਦੂਰ ਹੋ ਗਿਆ, ਅਤੇ ਗਿਆਨ ਦਾ ਕੀ ਹੋ ਗਿਆ? ਜਾਗਰਣ। ਪ੍ਰਚੰਡ ਦਾ ਭਾਵ ਗਿਆਨ ਪ੍ਰਗਟ ਹੋ ਗਿਆ। ਗਿਆਨ ਪ੍ਰਗਟ ਕਦੋਂ ਹੋਇਆ? ਜਦੋਂ ਪ੍ਰਭੂ ਜੀ ਦੇ ਨਾਲ ਵਿਆਹ ਹੋਇਆ, ਉਦੋਂ ਸਾਧ ਸੰਗਤ ਜੀ ਅਸਲ ਗਿਆਨ ਆ ਜਿਹੜਾ ਉਹ ਪ੍ਰਗਟ ਹੁੰਦਾ ਹੈ। ਨਵੀਨ ਗਿਆਨ, ਨਵੀਨ ਗਿਆਨ ਉਦੋਂ ਪ੍ਰਗਟ ਹੁੰਦਾ ਜਦੋਂ ਪ੍ਰਭੂ ਜੀ ਦੇ ਨਾਲ ਜੀਵ ਇਸਤਰੀ ਦਾ ਵਿਆਹ ਹੋ ਜਾਂਦਾ ਹੈ। ਫਿਰ ਕੀ ਹੈ? ਜਦੋਂ ਗਿਆਨ ਵਿੰਸ ਜਾਂਦਾ, ਕਹਿੰਦੇ ਬਲਿਆ ਗੁਰ ਗਿਆਨ, ਅੰਧੇਰਾ ਵਿੰਸਿਆ ਹਰ ਰਤਨ ਪਦਾਰਥ ਲਾਧਾ। ਵੀ ਜਿਹੜਾ ਜਦੋਂ ਗਿਆਨ ਪ੍ਰਾਪਤ ਹੋ ਜਾਂਦਾ, ਹਨੇਰਾ ਵਿੰਸ ਜਾਂਦਾ, ਅਸਲ ਦੇ ਵਿੱਚ ਵਿਆਹ ਉਦੋਂ ਹੀ ਕਹਿੰਦੇ ਹੁੰਦਾ, ਉਦੋਂ ਹੀ ਹਰ ਜੀ ਦੀ, ਪ੍ਰਭੂ ਜੀ ਦੀ, ਰਾਮ ਜੀ ਦੀ ਪ੍ਰਾਪਤੀ ਹੁੰਦੀ ਹੈ। ਕਿਉਂ? ਰਾਮ ਜੀ ਦੀ ਪ੍ਰਾਪਤੀ ਕਰਨੀ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ। ਰਾਮ ਜੀ ਦੇ ਨਾਲ ਵਿਆਹ ਹੋ ਜਾਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਸਾਧ ਸੰਗਤ ਜੀ, ਇਹ ਬਹੁਤ ਮੁਸ਼ੱਕਤ ਅਤੇ ਬਹੁਤ ਵੱਡੀ ਕਿਰਪਾ ਦੁਆਰਾ ਹੀ, ਸਭ ਤੋਂ ਵੱਡਾ ਸਾਧ ਸੰਗਤ ਜੀ ਕਿਰਪਾ ਦੁਆਰਾ। ਕਿਉਂਕਿ ਮਨੁੱਖ ਆਪਣੀ, ਜਿੰਨਾ ਚਿਰ ਆਪਣੀ ਮੁਸ਼ੱਕਤ ਆ ਉਹਨਾਂ ਚਿਰ ਹਉਮੈ ਰਹਿੰਦੀ ਹੈ ਵੀ ਮੈਂ ਮੁਸ਼ੱਕਤ ਘਾਲੀ, ਮੈਂ ਗਿਆਨ ਪ੍ਰਾਪਤ ਕੀਤਾ, ਮੈਂ ਵਿੱਦਿਆ ਪ੍ਰਾਪਤ ਕੀਤੀ, ਮੈਂ ਸੇਵਾ ਕੀਤੀ, ਮੈਂ ਸਿਮਰਨ ਕੀਤਾ, ਉਹਨਾਂ ਚਿਰ ਹਉਮੈ ਦਾ ਵਰਤਾਰਾ ਵਰਤਦਾ ਹੈ। ਰਾਮ ਜੀ ਜਦੋਂ ਮਿਲਦੇ ਨੇ ਸਾਧ ਸੰਗਤ ਜੀ, ਅਚਨਚੇਤ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚੰਤ। ਅਚਨਚੇਤ ਰਾਮ ਜੀ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਜਦੋਂ ਰਾਮ ਜੀ ਦੀ ਪ੍ਰਾਪਤੀ ਹੋ ਗਈ, ਪਤਾ ਲੱਗ ਗਿਆ, ਫਿਰ ਜਿਹੜਾ ਆਪਾ ਸੀਗਾ ਵੀ ਮੈਂ ਕੰਮ ਸਿੱਖੇ, ਮੈਂ ਵਿੱਦਿਆ ਪੜ੍ਹਾਈ, ਕਥਾ ਕੀਤੀ, ਸੇਵਾ ਕੀਤੀ, ਸਿਮਰਨ ਕੀਤਾ, ਕਾਰਜ ਕੀਤੇ, ਉਹ ਸਾਰਾ ਕੁਛ ਵਿੰਸ ਜਾਂਦਾ, ਦੂਰ ਹੋ ਜਾਂਦਾ। ਜਿਹੜੀ ਮੈਂ ਸੂਖਮ ਵੀ ਹੋਂਦ ਜਿਹੜੀ ਹੁੰਦੀ ਹੈ ਜੀਵ ਇਸਤਰੀ ਦੀ, ਉਹ ਵੀ ਖਤਮ ਹੋ ਜਾਂਦੀ ਹੈ। ਹਉਮੈ ਰੋ ਗਿਆ ਦੁੱਖ ਲਾਥਾ, ਆਪ ਆਪੇ ਗੁਰਮਤਿ ਖਾਧਾ। ਆਪਣੇ ਆਪ ਨੂੰ ਸਮਝਾ ਕੇ ਜਿਹੜਾ ਹਉਮੈ ਦਾ ਰੋਗ ਸੀ ਸਾਧ ਸੰਗਤ ਜੀ, ਸੇਵਾ ਸਿਮਰਨ ਦਾ ਅੰਦਰ ਸੂਖਮ ਹੋਂਦ ਹੁੰਦੀ ਹੈ ਭਾਈ, ਵੀ ਆਪਾਂ ਸੇਵਾ ਕੀਤੀ ਤਾਂ ਕਰਕੇ ਆਪਾਂ ਨੂੰ ਕਿਰਪਾ ਆਪਣੇ 'ਤੇ ਹੋਈ। ਜਦੋਂ ਕਿਰਪਾ ਹੋ ਜਾਂਦੀ ਹੈ ਨਾ, ਉਦੋਂ ਸੂਖਮ ਹਉਮੈ ਰਹਿ ਜਾਂਦੀ ਹੈ ਵੀ ਪਤਾ ਨਹੀਂ ਸਾਡੀ ਸੇਵਾ ਮਾਲਕ ਨੂੰ ਚੰਗੀ ਲੱਗੀ, ਸੇਵਾ ਕਰਕੇ, ਸਾਡੇ ਸਿਮਰਨ ਕਰਕੇ, ਅਭਿਆਸ ਕਰਕੇ ਮਾਲਕ ਦੀ ਪ੍ਰਾਪਤੀ ਹੋਈ। ਸੋ ਇਹ ਗੱਲ ਨਹੀਂ ਹੈ ਸਾਧ ਸੰਗਤ। ਸੂਖਮ ਹੋਂਦ ਵੀ ਬਾਅਦ ਦੇ ਵਿੱਚ ਕੀ ਹੈ? ਹਉਮੈ ਰੋ ਗਿਆ ਦੁੱਖ ਲਾਥਾ, ਆਪ ਆਪੇ ਗੁਰਮਤਿ ਖਾਧਾ। ਆਪਣੀ ਵਿਚਾਰ ਆਪ ਹੀ ਕੱਟ ਕੇ, ਆਪ ਹੀ ਆਪਣੀ ਹੋਂਦ ਨੂੰ, ਆਪਣੀ ਹਉਮੈ ਨੂੰ ਦੂਰ ਕਰਦੀ ਹੈ ਜੀਵ ਇਸਤਰੀ, ਤਾਂ ਤੇ ਫਿਰ ਉਹ ਵਰ ਦੀ ਪ੍ਰਾਪਤੀ ਇਹਨੂੰ ਹੋ ਜਾਂਦੀ ਹੈ ਜਦੋਂ ਇਹ ਆਪਣੀ ਹੋਂਦ ਹਉਮੈ ਖਤਮ ਕਰਨੀ। ਅਕਾਲ ਮੂਰਤ ਵਰ ਪਾਇਆ, ਅਵਿਨਾਸੀ, ਨਾ ਕਦੇ ਮਰੈ ਨਾ ਜਾਇਆ। ਨਾ ਉਹ ਜੰਮਦਾ ਅਤੇ ਨਾ ਉਹ ਮਰਦਾ ਹੈ। ਸੋ ਇਸ ਕਰਕੇ ਉਹ ਅਕਾਲ ਮੂਰਤ ਵਰ ਜਿਹੜਾ ਰਾਮ ਜੀ, ਪ੍ਰਭੂ ਜੀ, ਉਹਦੀ ਪ੍ਰਾਪਤੀ ਹੁੰਦੀ ਹੈ ਕਿ ਨਾ ਉਹ ਜੰਮਦਾ ਅਤੇ ਨਾ ਉਹ ਕੀ ਹੈ? ਮਰਦਾ ਹੈ। ਸੋ ਇਸ ਕਰਕੇ ਬਹੁਤ ਜ਼ਰੂਰੀ ਆ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰਿ ਪਾਇਆ। ਹੇ ਮੇਰੇ ਬਾਬਲ, ਹੇ ਮੇਰੇ ਪਿਤਾ, ਹੁਣ ਮੈਨੂੰ ਰਾਮ ਜੀ ਦੀ, ਇੱਕ ਓਅੰਕਾਰ ਜੀ ਦੀ ਪ੍ਰਾਪਤੀ ਹੋ ਗਈ। ਮੇਰਾ ਉਹਦੇ ਨਾਲ ਵਿਆਹ ਹੋ ਗਿਆ।
ਜਿਹੜੇ ਮੇਰੇ ਅੰਦਰ ਹਉਮੈ ਦਾ ਰੋਗ ਪਿਆ ਸੀ ਉਹ ਵੀ ਖਤਮ ਹੋ ਗਿਆ, ਕਿਉਂਕਿ ਜਦੋਂ ਰਾਮ ਜੀ ਨੇ ਧਨ ਜਾਗੇ ਜੇ ਫਿਰ ਬੋਲੰਤਾ। ਜੀਵ ਇਸਤਰੀ ਦੀ ਕੀ ਮਜਾਲ ਹੈ ਵੀ ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਪਵੇ। ਇਹ ਮਾਲਕ ਹੀ ਰੱਬੀ ਬਖਸ਼ਿਸ਼, ਰੱਬੀ ਰਹਿਮਤ ਕਰਦਾ ਹੈ ਕਿ ਜੀਵ ਇਸਤਰੀ ਦਾ ਗਿਆਨ ਦੇ ਵਿੱਚ ਜਾਗਰਣ ਹੋ ਜਾਂਦਾ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਬਹੁਤ ਵੱਡੀ ਕਿਰਪਾ ਆਪਾਂ ਕਹਿੰਦੇ ਹਾਂ, ਆਪਣੇ 'ਤੇ ਬਹੁਤ ਵੱਡੀ ਇੱਕ ਓਅੰਕਾਰ ਪ੍ਰਭੂ ਜੀ ਨੇ ਕਿਰਪਾ ਕੀਤੀ ਹੈ, ਜੋ ਆਪਾਂ ਹੌਲੀ ਹੌਲੀ ਕਿਣਕਾ ਕਿਣਕਾ ਗਿਆਨ ਦੀ ਵਿਚਾਰ ਕਰਦੇ ਹਾਂ। ਨਹੀਂ ਤਾਂ ਇੰਨੀ ਦੁਨੀਆ ਸਾਧ ਸੰਗਤ ਜੀ ਉਹਨਾਂ ਨੇ ਕਦੇ ਰੱਬ ਦੀ ਵਿਚਾਰ ਨਹੀਂ ਕੀਤੀ ਹੋਣੀ, ਬਸ ਆਪਣੇ ਜੀਵਨ ਤੱਕ ਸੀਮਿਤ ਰਿਹਾ, ਆਪਣੇ ਜੀਵਨ ਦਾ ਹੀ ਆਨੰਦ ਮਾਣਿਆ। ਉਹ ਵੀ ਜੀਵ ਹੈਗੇ ਨੇ। ਸੋ ਇਸ ਕਰਕੇ ਬਹੁਤ ਵੱਡੀ ਕਿਰਪਾ ਹੁੰਦੀ ਹੈ ਜਦੋਂ ਜੀਵ ਇਸਤਰੀਆਂ ਆਪਣੇ ਪਤੀ ਪਰਮੇਸ਼ਵਰ ਦੇ ਗਿਆਨ ਦਾ, ਮਿਲਾਪ ਦਾ, ਦੀਦਾਰ ਦਾ, ਇੱਛਾਵਾਂ ਦਾ, ਉਡੀਕਾਂ ਦਾ ਆਨੰਦ ਮਾਣਦੀਆਂ ਜੀਵ ਇਸਤਰੀਆਂ, ਉਹ ਵੀ ਸਾਧ ਸੰਗਤ ਜੀ ਭਲੇ ਵੇਲੇ ਨੇ। ਸੋ ਇਸ ਕਰਕੇ ਇਹ ਜਿਹੜੀ ਅੱਜ ਦੀ ਵਿਚਾਰ ਉਹਨਾਂ ਦੀ ਹੈ ਜਿਨ੍ਹਾਂ ਨੇ ਰਾਮ ਜੀ ਦੀ ਪ੍ਰਾਪਤੀ ਕਰ ਲਈ ਹੈ। ਸੋ ਇਸ ਕਰਕੇ ਗੁਰਬਾਣੀ ਵਿੱਚ ਅਨੇਕਾਂ ਤਰ੍ਹਾਂ ਦੀਆਂ ਸਾਧ ਸੰਗਤ ਜੀ ਵਿਚਾਰਾਂ ਨੇ। ਸੋ ਅੱਜ ਦੀ ਵਿਚਾਰ ਉਹਨਾਂ ਗੁਰਮੁਖ ਸਖੀਆਂ ਵਾਸਤੇ ਹੈ ਜਿਨ੍ਹਾਂ ਨੇ ਰਾਮ ਜੀ ਦੀ ਪ੍ਰਾਪਤੀ ਕਰ ਲਈ। ਦੂਸਰਾ, ਸਾਡੇ ਅੰਦਰ ਪ੍ਰਾਪਤੀ ਦੀ ਜਗਿਆਸਾ, ਗਿਆਨ ਪ੍ਰਗਟ ਹੋ ਜਾਵੇ ਵੀ ਅਸੀਂ ਵੀ ਮਾਲਕ ਦੀ ਪ੍ਰਾਪਤੀ ਕਰ ਲਈਏ, ਮਾਲਕ ਸਾਨੂੰ ਵੀ ਤੱਕੇ, ਮਿਹਰ ਦੀ ਤੱਕਣੀ ਦੇ ਨਾਲ ਅਸੀਂ ਵੀ ਸੇਵਾ ਸਿਮਰਨ ਪਰ ਉਪਕਾਰ ਦਾ ਗਲ ਦੇ ਵਿੱਚ ਗਹਿਣਾ ਆਪਾਂ ਬਣਾ ਕੇ ਪਾਈਏ, ਪਰ ਉਪਕਾਰ ਦੇ ਗਹਿਣੇ ਧਾਰਨ ਕਰੀਏ। ਜਿਹੜੇ ਪਰ ਉਪਕਾਰ ਨੇ ਸਾਧ ਸੰਗਤ, ਸੇਵਾਵਾਂ ਨੇ ਜਿਹੜੀਆਂ, ਇਹ ਜੀਵ ਇਸਤਰੀ ਦੇ ਗਹਿਣੇ ਹੁੰਦੇ ਨੇ। ਜਿਵੇਂ ਜੀਵ ਇਸਤਰੀ ਸਰੀਰ 'ਤੇ ਗਹਿਣੇ ਪਾਉਂਦੀ ਹੈ, ਇਸ ਤਰ੍ਹਾਂ ਜਿਹੜੀਆਂ ਸੇਵਾਵਾਂ ਨੇ, ਪਰ ਉਪਕਾਰ ਨੇ, ਇਹ ਜੀਵ ਇਸਤਰੀ ਦੇ ਗਹਿਣੇ ਹੁੰਦੇ ਨੇ ਸਾਧ ਸੰਗਤ ਜੀ। ਸੋ ਇਸ ਕਰਕੇ ਸਾਡੇ ਮਨ ਦੇ ਵਿੱਚ ਚਾਅ ਪੈਦਾ ਹੋਵੇ ਪ੍ਰਭੂ ਪ੍ਰਾਪਤੀ ਦਾ। ਸੋ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ ਉਹਨਾਂ ਨੂੰ ਵਧੇਕ ਆਨੰਦ ਦੀ ਪ੍ਰਾਪਤੀ ਹੈ, ਅਤੇ ਜਿਹੜੇ ਅਸੀਂ ਹਜੇ ਪ੍ਰਾਪਤੀ ਕਰਨੀ ਹੈ ਮਾਲਕ ਦੀ ਪ੍ਰਾਪਤੀ ਦੀ ਇੱਛਾ ਹੈ, ਸੋ ਉਹਨਾਂ ਵਾਸਤੇ ਵੀ ਬੜਾ ਆਨੰਦ ਹੈ ਸਾਧ ਸੰਗਤ ਜੀ। ਸੋ ਅੱਜ ਇੰਨੀ ਕੀ ਬੇਨਤੀ ਪ੍ਰਵਾਨ ਕਰਨੀ। ਧੰਨ ਉਹ ਸਖੀਆਂ ਨੇ ਸਾਧ ਸੰਗਤ ਜੀ, ਸਖੀਆਂ ਸਹੇਲੀਆਂ ਜਿਨ੍ਹਾਂ ਨੇ ਬਾਬੁਲ ਦੇ ਘਰ ਰਹਿ ਕੇ ਆਪਣੇ ਪਿਤਾ ਦੀ ਨਿਗਰਾਨੀ ਹੇਠ ਪਾਲੇ ਬਚਪਨ ਜਵਾਨੀ ਬਤੀਤ ਕੀਤੀ, ਅਤੇ ਸੇਵਾ ਸਿਮਰਨ ਕਰ ਕਰਕੇ ਪਰਉਪਕਾਰ ਗਿਆਨ ਦਾ ਸ਼ਿੰਗਾਰ ਕਰਕੇ ਸਾਧ ਸੰਗਤ ਜੀ ਪ੍ਰਭੂ ਦੀ ਪ੍ਰਾਪਤੀ ਕੀਤੀ। ਕਰੋੜਾਂ ਵਾਰ ਉਹਨਾਂ ਜੀਵ ਇਸਤਰੀਆਂ ਨੂੰ ਵਧਾਈਆਂ ਨੇ। ਅਤੇ ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਪ੍ਰਾਪਤੀ ਦੀ, ਰਾਮ ਜੀ ਦੀ ਪ੍ਰਾਪਤੀ ਦੀ ਇੱਛਾ ਰੱਖਦੀਆਂ ਹਨ, ਉਹਨਾਂ ਨੂੰ ਵੀ ਕਰੋੜਾਂ ਵਾਰ, ਕੋਟਾਨ ਕੋਟ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ। ਸੋ ਅੱਜ ਇੰਨੀ ਕੁ ਹੀ ਬੇਨਤੀ ਪ੍ਰਵਾਨ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।